BM3 ਨਿਊਜ਼ ਦੀ ਖਾਸ ਪੇਸ਼ਕਸ਼ ਪੰਜਾਬ ਦੀ ਗੱਲ ਕੀ ਹੈ ਹਲਚਲ। ਤੁਹਾਡੇ ਪਰਮਾਨੈਂਟ ਹੋਸਟ ਅਮਨ ਅੱਜ ਕਿਸੇ ਤਕਨੀਕੀ ਕਾਰਨਾਂ ਕਰਕੇ ਅੱਜ ਕੈਮਰਾ ਦੇ ਸਾਹਮਣੇ ਨਹੀਂ ਹੈਗੇ ਔਰ ਅਮਨ ਗਿੱਲ ਦੀ ਜਗ੍ਹਾ ਤੇ ਇਹ ਪ੍ਰੋਗਰਾਮ ਤੁਹਾਡੇ ਵਾਸਤੇ ਅੱਜ ਮੈਂ ਲੈ ਕੇ ਹਾਜ਼ਰ ਹਾਂ। ਸਾਰੇ ਦਰਸ਼ਕਾਂ ਨੂੰ ਇੱਕ ਵਾਰ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੋਹਾਰ। ਜੋਹਾਰ ਪੰਜਾਬ ਦੇ ਵਿੱਚ ਇੱਕ ਨਵਾਂ ਲਫ਼ਜ਼ ਹੈ, ਲੇਕਿਨ ਹਿੰਦੀ ਸਪੀਕਿੰਗ ਜਿਹੜੇ ਸਟੇਟਸ ਹੈਗੇ ਆ ਲਾਈਕ यूपी है, बिहार है, राजस्थान है, मध्य प्रदेश है, छत्तीसगढ़ है, ਇਹਨਾਂ ਸਾਰੇ ਸੂਬਿਆਂ ਵਿੱਚ ਜੋਹਾਰ ਜਿਹੜਾ ਹੈ ਉਹ ਜ਼ਿਆਦਾ ਕੀਤਾ ਜਾਂਦਾ ਹੈ। ਜੋਹਾਰ ਦਾ ਮਤਲਬ ਹੁੰਦਾ ਹੈ ਕੁਦਰਤ ਦੀ ਜੈ। ਕੱਲ ਅਮਨ ਗਿੱਲ ਨੇ ਵੀ ਇਸ ਜੋਹਾਰ ਨੂੰ ਐਕਸਪਲੇਨ ਕੀਤਾ ਸੀ ਤੇ ਅੱਜ ਮੈਂ ਥੋੜਾ ਤੁਹਾਨੂੰ ਜ਼ਿਆਦਾ ਡੈਪਥ ਵਿੱਚ ਜਾ ਕੇ ਦੱਸਿਆ ਹੈਗਾ ਵਾ। ਸਾਥੀਓ, ਮੋਗਾ ਪੰਜਾਬ ਦਾ ਇੱਕ ਨਵਾਂ ਜ਼ਿਲ੍ਹਾ ਵਾ ਜਿੱਥੇ ਇਸੇ ਸਾਲ ਇਲੈਕਸ਼ਨ ਹੋਏ ਸੀ ਮਿਊਨਿਸਪਲ ਕਾਰਪੋਰੇਸ਼ਨ ਦੇ। ਮੋਗੇ ਵਿੱਚ ਅੱਜ ਕੱਲ੍ਹ ਇਹਨਾਂ ਦਿਨਾਂ ਦੇ ਵਿੱਚ ਟੈਂਸ ਹੈ। ਟੈਂਸ ਕਿਉਂ ਆ? ਟੈਂਸ ਇਸ ਕਰਕੇ ਹੈ ਕਿ ਉੱਥੇ ਆਪਣੀ ਮੰਗਾਂ ਨੂੰ ਲੈ ਕੇ ਆਪਣੇ ਹੱਕ ਦੀ ਲੜਾਈ ਲੜਨ ਵਾਲੇ ਸਾਡੇ ਸਮਾਜ ਦੇ ਦੱਬੇ ਕੁਚਲੇ ਇਹ ਸਾਡੇ ਸਮਾਜ ਦੇ ਕੁਝ ਵੀਰ ਭੈਣਾਂ ਉੱਥੇ ਆਪਣੇ ਉਜਰਤ ਨੂੰ ਰੈਗੂਲਰ ਕਰਨ ਵਾਸਤੇ ਪ੍ਰਦਰਸ਼ਨ ਕਰ ਰਹੇ ਸੀ। ਇੱਕ ਪਾਸੇ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਰੈਗੂਲੇਟ ਕਰਨ ਦੀਆਂ ਬੜੀਆਂ ਗੱਲਾਂ ਕਰਦੀਆਂ, ਬੜੇ ਸਾਰੇ ਦਾਅਵੇ ਸਰਕਾਰ ਵੱਲੋਂ ਕੀਤੇ ਜਾ ਰਹੇ ਹੈ, ਪਰ ਦੂਜੇ ਪਾਸੇ ਮੋਗਾ ਦੇ ਅੰਦਰ ਸਾਡੇ ਦੱਬੇ ਕੁਚਲੇ ਸਮਾਜ ਦੇ ਲੋਕਾਂ ਦੇ ਉੱਤੇ ਪੁਲਿਸ ਦੀ ਲਾਠੀ, ਉਹ ਵੀ ਇਸ ਕਰਕੇ ਕਿਉਂਕਿ ਸਾਡੇ ਭਾਈ ਭੈਣ ਉੱਥੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ। ਵਿਰੋਧ ਪ੍ਰਦਰਸ਼ਨ ਜਾਂ ਸਪੀਕਿੰਗ ਫਰੀडम ਜਿਹੜਾ ਹੈ ਸਾਡਾ ਕੌਨਸਟੀਟਿਊਸ਼ਨਲ ਰਾਈਟ ਹੈਗਾ ਵਾ। ਸੰਵਿਧਾਨ ਨੇ ਸਾਨੂੰ ਸਾਰਾ ਕੁਛ ਦਿੱਤਾ ਹੈ, ਬਾਬਾ ਸਾਹਿਬ ਦੇ ਸੰਵਿਧਾਨ ਨੇ ਸਾਨੂੰ ਸਾਰਾ ਕੁਛ ਦਿੱਤਾ ਹੋਇਆ ਹੈ। ਫਿਰ ਸਾਡੇ ਦੱਬੇ ਕੁਚਲੇ ਸਮਾਜ ਦੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੀ ਲਾਠੀ ਬਹੁਤ ਹੈਰਾਨ ਕਰਦੀ ਹੈ, ਹੈਰਾਨ ਵੀ ਕਰਦੀ ਹੈ ਤੇ ਪਰੇਸ਼ਾਨ ਵੀ ਕਰਦੀ ਹੈ। ਮੋਗਾ ਮੈਂ ਦੱਸਿਆ ਜਿਵੇਂ ਕਿ ਉੱਥੇ ਜਿਹੜੀ ਮੇਅਰ ਹੈ ਉਹ ਇੱਕ ਮਹਿਲਾ ਹੈ ਔਰ ਪੜ੍ਹੀ ਲਿਖੀ ਮਹਿਲਾ ਹੈ, ਉਹਨਾਂ ਨੇ ਟੀਚਿੰਗ ਕੀਤੀ ਹੈ। ਜਿਹੜੇ ਉੱਥੇ ਦੇ ਕਾਂਗਰਸ ਦੇ MLA ਹੈ ਉਹ ਵੀ ਪਿਛਲੇ ਕਈ ਦਿਨਾਂ ਤੋਂ ਵੱਡੇ ਦਾਅਵੇ ਕਰਦੇ ਸੀਗੇ ਕਿ ਅਸੀਂ ਸਾਡੀ ਸਰਕਾਰ ਜਿਹੜੀ ਹੈ ਚਰਨਜੀਤ ਸਿੰਘ ਚੰਨੀ ਹੁਣਾਂ ਦੀ ਸਰਕਾਰ ਜਿਹੜੀ ਹੈਗੀ ਆ ਉਹ ਇਹ ਕਰੇਗੀ, ਉਹ ਇਸ ਤਰ੍ਹਾਂ ਕਰੇਗੀ, ਉਹ ਇਹ ਕਰੇਗੀ। ਪਰ ਹੋਇਆ ਕੀ? ਹੋਇਆ ਇਹ ਹੈ ਕਿ ਮੋਗਾ ਦੇ ਵਿੱਚ ਸਫਾਈ ਮਜ਼ਦੂਰ ਦੇ ਉੱਤੇ, ਇੱਕ ਮਹਿਲਾ ਦੇ ਉੱਤੇ, ਇੱਕ ਔਰਤ ਦੇ ਉੱਤੇ ਇੱਕ ਮਰਦ ਵਰਦੀ ਵਾਲੇ ਨੇ ਡਾਂਗ ਚਲਾਈ। ਜਮਹੂਰੀਅਤ ਵਿੱਚ ਇਹਦੀ ਕੋਈ ਵੀ ਇਜਾਜ਼ਤ ਨਹੀਂ ਹੈ। ਪੁਲਿਸ ਨੇ ਇਹ ਕਿਉਂ ਕੀਤਾ? ਪਹਿਲਾ ਸਵਾਲ। ਦੂਜਾ ਸਵਾਲ, ਕਿਹਦੀ ਸ਼ਹਿ ਤੇ ਕੀਤਾ? ਤੀਜਾ ਸਵਾਲ ਕਿ ਪੰਜਾਬ ਜਿਹੜਾ ਹੈ, ਜਿਸ ਪੰਜਾਬ ਦੀਆਂ ਨੁਹਾਰ ਬਦਲਣ ਦੀਆਂ ਗੱਲਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਹੈ, ਉਸ ਸਰਕਾਰ ਕੀ ਐਕਸ਼ਨ ਲੈਣ ਜਾ ਰਹੀ ਹੈ? ਹੁਣੇ ਗੱਲ ਹੋਈ ਸੀ ਚੰਦਨ ਗਰੇਵਾਲ ਹੁਣਾਂ ਨਾਲ, ਟੈਲੀਫੋਨਿਕ ਗੱਲਬਾਤ ਹੋਈ ਸੀ। ਉਹ ਮੋਗਾ ਤੋਂ ਵਾਪਸ ਜਲੰਧਰ ਆ ਰਹੇ ਹੈ। ਉਹਨਾਂ ਨੇ ਦੱਸਿਆ ਕਿ ਉੱਥੇ ਸੰਘਰਸ਼ ਜਿਹੜਾ ਹੈਗਾ ਵਾ ਉਹ ਬੜਾ ਸ਼ਾਂਤਮਈ ਤਰੀਕੇ ਨਾਲ ਹੋ ਰਿਹਾ ਸੀਗਾ, ਪਰ ਇਸ ਸੰਘਰਸ਼ ਨੂੰ, ਸ਼ਾਂਤਮਈ ਸੰਘਰਸ਼ ਨੂੰ ਪੋਲੀਟੀਕਲੀ ਐਂਗਲ ਦਿੱਤਾ ਜਾ ਰਿਹਾ ਹੈ, ਡਰਾਉਣ ਦੀ। ਸਾਡੇ ਹਾਸ਼ੀਏ ਦੇ ਭਾਰਤ ਦੇ ਦੱਬੇ ਕੁਚਲੇ ਸਮਾਜ ਨੂੰ ਡਰਾਉਣ ਵਾਸਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਚੰਦਨ ਗਰੇਵਾਲ ਜਿਹੜੇ ਜਲੰਧਰ ਸੈਂਟਰਲ ਕੌਂਸਟੀਚੁਐਂਸੀ ਤੋਂ ਅਕਾਲੀ ਦਲ ਦੇ ਉਮੀਦਵਾਰ ਵੀ ਨੇ, ਉਹਨਾਂ ਨੇ ਕਿਹਾ ਕਿ ਮੈਂ
ਪਾਰਟੀ ਲੈਵਲ ਤੋਂ ਉੱਠ ਕੇ ਸਮਾਜ ਵਾਸਤੇ, ਆਪਣੇ ਭੈਣ ਭਰਾਵਾਂ ਵਾਸਤੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗਾ। ਨਾਲ ਹੀ ਉਹਨਾਂ ਨੇ ਡੀਜੀਪੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਮੋਗਾ ਦੇ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ, ਡੰਡਾ ਚਲਾਉਣ ਵਾਲੇ ਪੁਲਿਸ ਵਾਲਿਆਂ ਤੇ ਪਰਚਾ ਦਰਜ ਕੀਤਾ ਜਾਵੇ। ਚੰਦਨ ਗਰੇਵਾਲ ਉਹਨਾਂ ਨੇ ਇਹ ਵੀ ਦੱਸਿਆ ਹੈ, ਤੁਹਾਨੂੰ ਗੱਲਬਾਤ ਸੁਣਾਵਾਂਗੇ ਪੂਰੀ, ਜਿਹੜੀ ਗੱਲ ਗਰੇਵਾਲ ਸਾਹਿਬ ਨਾਲ ਹੋਈ ਹੈ ਤੁਹਾਨੂੰ ਪੂਰੀ ਗੱਲਬਾਤ ਸੁਣਾਵਾਂਗੇ, ਪਰ ਉਸ ਤੋਂ ਪਹਿਲੇ ਮੋਗਾ ਦੇ ਕਾਂਗਰਸ ਦੇ MLA ਜਿਹੜੇ ਹੈਗੇ ਡਾਕਟਰ ਹਰਜੋਤ ਕਮਲ, ਉਹਨਾਂ ਦਾ ਦੱਬੇ ਕੁਚਲੇ ਸਮਾਜ ਦੇ ਵਿਰੋਧ ਪ੍ਰਦਰਸ਼ਨ ਤੇ ਕੀ ਕਹਿਣਾ ਹੈ, ਜਰਾ ਇਹ ਸੁਣ ਲਓ। ਉਹਦਾ ਬਹਿ ਕੇ ਉਹਨਾਂ ਨਾਲ ਕਮਿਸ਼ਨਰ ਕਾਰਪੋਰੇਸ਼ਨ ਤੇ ਸਾਡੇ ਮੇਅਰ, ਸੀਨੀਅਰ ਡਿਪਟੀ ਮੇਅਰ ਸਾਹਿਬ, ਬਾਕੀ ਕੌਂਸਲਰ ਸਾਹਿਬਾਨ ਨਾਲ ਸੋਲਵ ਹੋ ਗਿਆ। ਮੰਗਾਂ ਉਹਨਾਂ ਦੀਆਂ ਬਿਲਕੁਲ ਨਜਾਇਜ਼ ਹੈਗੀਆਂ। ਮੈਂ ਅੱਜ ਵੀ ਕਹਿੰਦਾ ਆਲਰੇਡੀ ਭਰਤੀ ਪ੍ਰਕਿਰਿਆ ਉਹਦੀ ਐਡਵਰਟਾਈਜ਼ਮੈਂਟ ਅਖਬਾਰ 'ਚ ਦਿੱਤੀ ਜਾ ਚੁੱਕੀ ਆ, ਪ੍ਰਕਿਰਿਆ ਉਹਦੀ ਸ਼ੁਰੂ ਆ। ਹਰੇਕ ਚੀਜ਼ ਦਾ ਇੱਕ ਕੰਮ ਹੁੰਦਾ, ਉਹਦੇ ਇੱਕ ਬਕਾਇਦਾ ਜੋ ਸਰਕਾਰ ਦੀਆਂ ਹਦਾਇਤਾਂ ਉਹਦੇ ਮੁਤਾਬਕ ਹੋਊਗੀ। ਪਰ ਇਹ ਆਪਣੀ ਲਿਸਟ ਦਿੰਦੇ ਆ ਜੀ ਸਾਡੇ ਬੰਦੇ ਰੱਖੋ, ਇੱਦਾਂ ਨਹੀਂ ਹੋ ਸਕਦਾ, ਪੋਸੀਬਲ ਨਹੀਂ ਹੈਗਾ। ਜੋ ਸਰਕਾਰ ਦੀਆਂ ਗਾਈਡਲਾਈਨਸ ਨਿਯਮ ਬਣੇ ਹੋਏ ਆ ਉਹਦੇ ਮੁਤਾਬਕ ਹੀ ਭਰਤੀ ਹੋਊਗੀ। ਦੂਜਾ, ਅਸੀਂ 166 ਡੰਪ ਸੀਗੇ ਸ਼ਹਿਰ ਦੇ ਵਿੱਚ ਕੂੜੇ ਦੇ, ਜਿਹੜੇ ਸੈਕੰਡਰੀ ਡੰਪ ਸੀਗੇ, ਅਸੀਂ ਉਹ ਘਟਾ ਕੇ ਅੱਜ 17 ਤੇ ਲੈ ਆਂਦੇ ਆ। ਘਰਾਂ ਤੋਂ ਕੂੜਾ ਇਕੱਠਾ ਕਰਕੇ ਸਿੱਧਾ ਪ੍ਰਾਇਮਰੀ ਡੰਪ ਤੇ ਜਾਂਦਾ। ਇਹ ਹੁਣ ਕਹਿੰਦੇ ਆ ਕਿ ਸਾਨੂੰ 50 ਵਾਰਡਾਂ ਦੇ ਵਿੱਚ 50 ਡੰਪ ਬਣਾ ਕੇ ਦਿਓ, ਅਸੀਂ ਤਾਂ 17 ਵੀ ਖਤਮ ਕਰਨ ਨੂੰ ਕਰਦੇ ਹਾਂ। ਸੋ ਇੱਦਾਂ ਦੀਆਂ ਜਿਹੜੀਆਂ ਇਹਨਾਂ ਦੀਆਂ ਨਜਾਇਜ਼ ਜਿਹੀਆਂ ਮੰਗਾਂ ਸੀ, ਉਹਦੇ ਨਾਲ ਰਾਜੀਨਾਮਾ ਕਰਕੇ ਉਸ ਤੋਂ ਬਾਅਦ ਫੇਰ ਇਹ ਸਟ੍ਰਾਈਕ ਦੇ ਦੁਆਰਾ ਬਹਿ ਗਏ। ਔਰ ਸ਼ਹਿਰ ਦੇ ਵਿੱਚ ਜਿਹੜੇ ਤਿਉਹਾਰਾਂ ਦੇ ਆਹ ਦਿਨ ਹੈਗੇ ਆ, ਗੁਰਪੁਰਬ ਦਾ ਨਗਰ ਕੀਰਤਨ ਨਿਕਲਣਾ ਸੀ, ਇੰਨਾ ਜ਼ਿਆਦਾ ਕੂੜਾ ਹੋਇਆ ਪਿਆ। ਔਰ ਜਿਹੜੇ ਆਮ ਲੋਕ ਆ 15-15 ਦਿਨ ਹੋ ਗਏ ਦੁਕਾਨਾਂ ਬੰਦ ਕਰੀ ਬੈਠੇ ਆ, ਕਿਉਂਕਿ ਉੱਥੇ ਕੂੜੇ ਦੇ ਮੂਹਰੇ ਬੈਠਿਆ ਨਹੀਂ ਜਾਂਦਾ, ਇੰਨਾ ਸਮੈਲ ਆਉਂਦੀ ਆ। ਔਰ ਆਹ ਡੇਂਗੂ ਦੇ ਜਿਹੜੇ ਦਿਨ ਹੈਗੇ ਆ, ਇੱਦਾਂ ਦੇ ਬਿਮਾਰੀਆਂ ਫੈਲਣ ਦਾ ਬੜਾ ਖਤਰਾ ਹੈਗਾ। ਸੋ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਇਹਨਾਂ ਨਾਲ ਰਾਜੀਨਾਮਾ ਉਦੋਂ ਕਰਕੇ ਇਹਨਾਂ ਨੂੰ ਦੁਬਾਰਾ ਕੰਮ ਤੇ ਆਉਣ ਲਈ ਕਿਹਾ ਗਿਆ, ਪਰ ਇਹ ਫਿਰ ਉਹੀ ਮੰਗਾਂ ਲੈ ਕੇ ਦੁਬਾਰਾ ਧਰਨੇ ਤੇ ਬਹਿ ਗਏ। ਕੱਲ ਜਦੋਂ ਸ਼ਹਿਰ ਵਾਸੀਆਂ ਦਾ ਵੀ ਬੜਾ ਬਾਰ-ਬਾਰ ਮੈਨੂੰ ਵੀ ਫੋਨ ਆਉਂਦੇ ਸੀ, ਕੌਂਸਲਰ ਸਾਹਿਬਾਨ ਨੂੰ ਤੇ ਸਾਡੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਵੀ, ਫਿਰ ਫੈਸਲਾ ਕੀਤਾ ਕਿ ਜਿਹੜੇ ਕੂੜੇ ਦੇ ਡੰਪ ਆ, ਜੇ ਇਹਨਾਂ ਨੇ ਨਹੀਂ ਚੱਕਣਾ ਤਾਂ ਉਹਨਾਂ ਨੂੰ ਆਪ ਚੁਕਾ ਲਿਆ ਜਾਵੇ। ਹੁਣ ਮੈਂ ਸਮਝਦਾ ਕਿ ਜੇ ਇਹਨਾਂ ਨੇ ਨਹੀਂ ਚੱਕਣਾ, ਇਹ ਆਪਦੇ ਧਰਨੇ ਤੇ ਆਰਾਮ ਨਾਲ ਬੈਠੇ ਰਹਿੰਦੇ। ਇਹਨਾਂ ਨੇ ਉੱਥੇ ਜਦੋਂ ਸਫਾਈ ਕਰਨ ਗਏ ਆ, ਉੱਥੇ ਆ ਕੇ ਗੱਲ ਪਏ ਆ, ਫਿਰ ਉਹ ਪੁਲਿਸ ਆਈ ਆ, ਇਹ ਪੁਲਿਸ ਦੇ ਵੀ ਗੱਲ ਪਏ ਆ, ਉਹਦੇ ਨਾਲ ਫਿਰ ਇਹਨਾਂ ਨੂੰ ਖਦੇੜਿਆ ਵੀ ਗਿਆ। ਔਰ ਜਿਹੜੇ ਕੂੜੇ ਦੇ ਡੰਪ ਸੀਗੇ ਉਹ ਸਾਰੇ ਜਿਹੜੇ ਆ ਸਾਫ਼ ਕਰਤੇ ਗਏ ਆ। ਸ਼ਹਿਰ ਦੇ ਲੋਕਾਂ ਨੇ ਇਸ ਗੱਲ ਲਈ ਐਪਰੀਸ਼ੀਏਟ ਕੀਤਾ, ਚੰਗਾ ਕਦਮ ਦੱਸਿਆ, ਔਰ ਅੱਜ ਨਗਰ ਕੀਰਤਨ ਵੀ ਲੱਗਿਆ। ਪਰ ਇਹਨਾਂ ਨੇ ਸਵੇਰੇ ਹੀ ਉੱਥੇ ਫੇਰ ਜਿਹੜਾ ਕੂੜਾ ਹੈਗਾ ਦੁਬਾਰਾ ਡੰਪਾਂ ਦੇ ਉੱਤੇ ਸਿੱਟ ਦਿੱਤਾ। ਸੋ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਔਰ ਸ਼ਹਿਰ ਵਾਸੀਆਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਇਹ ਜਿਹੜੀ ਇਲੀਗਲ ਔਰ ਜਿਹੜੀ ਅਵੈਧਿਕ ਤੌਰ ਦੇ ਉੱਤੇ ਇਹ ਧਰਨਾ ਮੁਜ਼ਾਹਰਾ, ਲੋਕਾਂ ਨੂੰ ਪਰੇਸ਼ਾਨ ਕਰਨ ਵਾਸਤੇ ਕੂੜੇ ਦੇ ਖਿਲਾਰਾ ਪਾਉਣਾ, ਉਹ ਸਾਰਾ ਕੁਝ ਨਜਾਇਜ਼ ਹੈ। ਔਰ ਜੀ ਇਹਨਾਂ ਦੇ ਮਗਰ ਸਿਆਸੀ ਚੱਲ ਰਿਹਾ ਵਾ। ਦੇਖੋ ਇਹ ਜਿੱਥੇ ਤੱਕ ਮੈਂ ਕਨਫਰਮ ਤੌਰ ਤੇ ਕਹਿ ਸਕਦਾ ਕਿ ਪਿਛਲੇ ਦਿਨੀ ਅਸੀਂ ਸੀਵਰੇਜ ਬਲੌਕ ਹੋਏ ਲਈ ਖਲਾਉਂਦੇ ਪਏ ਹਾਂ, ਉਹਦੇ ਵਿੱਚੋਂ ਇੱਕ ਗੱਟੂ ਭਰਿਆ ਹੋਇਆ ਸੀਮੈਂਟ, ਜਿਹੜਾ ਰੇਹ ਵਾਲਾ ਹੁੰਦਾ ਬੋਰਾ, ਉਹਨੂੰ ਪੱਥਰ ਪਾ ਕੇ ਉੱਤੋਂ ਤਾਰ ਦੇ ਨਾਲ ਬੰਨਿਆ ਪਿਆ ਤਾਂ ਕਿ ਸੇਬਾ ਵੀ ਕਿਤੇ ਪਾਣੀ 'ਚ ਗਲ ਕੇ ਖੁੱਲ੍ਹ ਨਾ ਜਾਏ। ਇੱਕ ਗੱਦਾ ਪੂਰਾ ਬੈੱਡ ਦਾ ਵਿੱਚੋਂ ਨਿਕਲਿਆ। ਕਿਤੇ ਇੰਨਾ ਜ਼ਿਆਦਾ ਚੀਜ਼ਾਂ ਉਹਦੇ 'ਚ ਆਪਣੇ ਤੌਰ ਤੇ ਨਹੀਂ ਜਾ ਸਕਦੀਆਂ। ਇਹਨਾਂ ਨੇ ਜਾਣ ਕੇ ਪਹਿਲਾਂ ਫਸਾ ਦਿੰਦੇ ਆ, ਫਿਰ ਉਹ ਪਾਣੀ ਜਦੋਂ ਓਵਰਫਲੋ ਹੁੰਦਾ ਫਿਰ ਉਹਦੀ ਵੀਡੀਓ ਬਣਾ ਕੇ ਪਾਉਂਦੇ ਜੀ ਆਹ ਹੋਇਆ ਪਿਆ। ਜਿੱਥੇ ਤੱਕ ਕਾਰਗੁਜ਼ਾਰੀ ਦੀ ਗੱਲ ਆ, ਸਾਰਾ ਸ਼ਹਿਰ ਜਾਣਦਾ। ਜਦੋਂ ਅਸੀਂ ਕਮਾਨ ਸੰਭਾਲੀ ਆ ਸਰਕਾਰ ਦੀ, ਤੇ ਸਾਰਾ ਸ਼ਹਿਰ ਟੁੱਟਿਆ ਤੇ ਪੱਟਿਆ ਸੀਗਾ, ਸਾਰਾ ਹੀ ਬਣਾਇਆ। ਹੁਣ ਸੀਵਰੇਜ ਨੂੰ ਵੀ ਇੱਕ ਪਾਸਿਓਂ ਲੈ ਕੇ ਸੁਪਰ ਸੈਕਸ਼ਨ ਨਾਲ ਚੱਲ ਰਹੀ ਹੈ।
ਕੱਲ੍ਹ ਦਾ ਜਿਹੜਾ ਘਟਨਾਕ੍ਰਮ ਹੋਇਆ ਉਹਦੇ 'ਤੇ ਸ਼ਹਿਰ ਵਾਸੀਆਂ ਨੇ ਬੜਾ ਸਹਿਯੋਗ ਦਿੱਤਾ ਔਰ ਮੈਨੂੰ ਬਹੁਤ ਇਸ ਗੱਲ ਲਈ ਕਮੈਂਟ ਆਏ ਆ ਕਿ ਕੌਂਸਲਰਸ ਨੇ ਸਾਡੇ ਅਧਿਕਾਰੀਆਂ ਨੇ ਬਹੁਤ ਅੱਛਾ ਕੰਮ ਕੀਤਾ। ਸਰ ਅੱਜ ਮੱਕੜ ਸਾਹਿਬ ਨਾਲ ਜਿਹੜੀ ਵਾਰਦਾਤ ਹੋਈ ਹੈ ਉਸੇ ਦੇ ਕਾਰਨ ਜੇ ਇਹ ਸਟ੍ਰਾਈਕ ਤੇ ਬੈਠੇ ਆ ਤਾਂ ਫਰਜ਼ ਤਾਂ ਕੌਂਸਲਰ ਸਾਹਿਬਾਨ ਨੇ ਆਪਣਾ ਨਿਭਾਇਆ। ਔਰ ਜਿਹੜੀ ਲੜਾਈ ਬਾਰੇ ਤੁਸੀਂ ਕੀ ਕਹਿੰਦੇ ਜਿਹੜਾ ਅੱਜ ਦਾ ਕੌਂਸਲਰ ਨਾਲ ਕੁੱਟਮਾਰ ਹੋਈ ਹੈ ਜੀ? ਦੇਖੋ ਇਹਨਾਂ ਦਾ ਹੌਸਲਾ ਇੰਨਾ ਵਧਿਆ ਪਿਆ ਆ ਔਰ ਉਹਦੇ ਹੌਸਲੇ ਦਾ ਵਧਣਾ ਕਾਰਨ ਇਹੀ ਆ ਕਿ ਕੱਲ ਜਦੋਂ ਪੁਲਿਸ ਨਾਲ ਵੀ ਇਹਨਾਂ ਨੇ ਫਿਰ ਬਦਤਮੀਜ਼ੀ ਕੀਤੀ, ਪੁਲਿਸ ਨੂੰ ਧੱਕੇ ਮਾਰਨ ਲੱਗੇ। ਉੱਥੇ ਜਦੋਂ ਸਫਾਈ ਚੱਲਦੀ ਦੇ ਉੱਤੇ ਪਹਿਲਾਂ ਉਹ ਟਰਾਲੀ ਵਾਲਾ ਟਰੈਕਟਰ ਵਾਲਾ ਬੰਦਾ ਕੁੱਟਿਆ, ਫਿਰ ਉਹ ਪੁਲਿਸ ਨੂੰ ਜਦੋਂ ਧੱਕੇ ਮਾਰਨ ਲੱਗੇ ਤਾਂ ਫਿਰ ਉਹ ਪੁਲਿਸ ਨੇ ਇਹਨਾਂ ਨੂੰ ਖਦੇੜਨ ਵਾਸਤੇ ਲਾਠੀ ਚਾਰਜ ਵੀ ਹਲਕਾ ਜਿਹਾ ਕੀਤਾ। ਉਹਦੇ ਤੋਂ ਬਾਅਦ ਇਹਨਾਂ ਨੂੰ ਲਿਜਾ ਕੇ ਪਾਸੇ ਤੇ ਛੱਡ ਦਿੱਤਾ ਗਿਆ। ਕਾਰਪੋਰੇਸ਼ਨ ਦੇ ਵਿੱਚ ਇਹਨਾਂ ਨੇ ਰੋਸ ਮੁਜ਼ਾਹਰਾ ਕੀਤਾ। ਅਕਾਲੀ ਦਲ ਦੇ ਆਗੂ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਜੀ, ਕੌਂਸਲਰ ਜਿਹੜੇ ਉਹਨਾਂ ਦੇ ਮਨਜੀਤ ਸਿੰਘ ਧੰਮੂ ਹੋਣੀ, ਉਹ ਉੱਥੇ ਲੈਕਚਰ ਕਰ ਰਹੇ ਆ, ਸ਼ਰੇਆਮ ਕਹਿ ਰਹੇ ਆ। ਸੋ ਮੈਂ ਸਮਝਦਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਸ਼ਹਿਰ ਵਾਸੀਆਂ ਦੀ ਸਿਹਤ ਦਾ ਤੇ ਸਫਾਈ ਦਾ ਧਿਆਨ ਰੱਖਣਾ ਚਾਹੀਦਾ। ਜੇ ਕੋਈ ਬੰਦਾ ਗਲਤ ਹੈ ਤੇ ਉਹਨੂੰ ਗਲਤ ਕਹਿਣਾ ਚਾਹੀਦਾ। ਜਿੱਥੇ ਅੱਜ ਸਾਰਾ ਸ਼ਹਿਰ ਇਸ ਗੱਲ ਵਾਸਤੇ ਕੌਂਸਲਰ ਨੂੰ ਐਪਰੀਸ਼ੀਏਟ ਕਰ ਰਿਹਾ ਕਿ ਉਹਨਾਂ ਨੇ ਇਨੀਸ਼ੀਏਟ ਲਿਆ, ਇੰਨੇ ਗੰਦ ਦੇ ਵਿੱਚ ਆਪ ਖੜੇ ਹੋ ਕੇ ਕੂੜਾ ਚੁਕਾਇਆ, ਉੱਥੇ ਹੀ ਇਹ ਜਿਹੜੇ ਅਕਾਲੀ ਦਲ ਦੇ ਲੀਡਰ ਸਾਹਿਬਾਨ, ਕੌਂਸਲਰ ਸਾਹਿਬਾਨ, ਉਹ ਇਹਨਾਂ ਨੂੰ ਛਹਿ ਦੇ ਰਹੇ ਆ। ਸੋ ਮੈਂ ਤੁਹਾਨੂੰ ਪ੍ਰੈਸ ਨੂੰ ਔਰ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਕੱਲ ਜੋ ਕੌਂਸਲਰਸ ਨੇ ਤੁਹਾਡੇ ਵਾਸਤੇ ਆਪ ਅੱਗੇ ਹੋ ਕੇ ਕੰਮ ਕੀਤਾ, ਤੁਸੀਂ ਇਹਨੂੰ ਸ਼ਾਬਾਸ਼ ਦਿਓ, ਐਪਰੀਸ਼ੀਏਟ ਕਰੋ। ਔਰ ਇਹ ਜਿਹੜੀ ਮਾੜੀ ਸ਼ਬਦਾਵਲੀ ਵਰਤ ਰਹੇ ਆ, ਸਾਡੇ ਕੌਂਸਲਰ ਨੂੰ ਕੁੱਟਿਆ ਮਾਰਿਆ ਆ, ਸਾਰੀ ਕਾਰਪੋਰੇਸ਼ਨ ਦੇ ਕਮਰਿਆਂ ਨੂੰ ਜਿੰਦੇ ਲਾ ਕੇ ਬੈਠੇ ਆ। ਜੇ ਅੱਜ ਸ਼ਹਿਰ ਵਾਸੀ ਔਰ ਪ੍ਰੈਸ ਸਾਥ ਨਹੀਂ ਦਊਗੀ ਤਾਂ ਕੋਈ ਵੀ ਕੌਂਸਲਰ, ਕੋਈ ਵੀ ਐਮਐਲਏ, ਕੋਈ ਵੀ ਮੁਲਾਜ਼ਮ ਜਿਹੜਾ ਹੈਗਾ ਉਹ ਸ਼ਹਿਰ ਵਾਸੀਆਂ ਦੀ ਸਫਾਈ ਤੇ ਉਹਨਾਂ ਦੀ ਸੇਵਾ ਦੇ ਵਿੱਚ ਧਿਆਨ ਨਹੀਂ ਦਊਗਾ। ਜੇ ਇਹ ਲੋਕ ਇਸੇ ਤਰ੍ਹਾਂ ਗੁੰਡਾਗਰਦੀ ਕਰਦੇ ਰਹੇ, ਇੱਕ ਕੌਂਸਲਰ ਕੁੱਟਿਆ, ਕੱਲ੍ਹ ਨੂੰ ਕਿਸੇ ਹੋਰ ਦੇ ਮੁਲਾਜ਼ਮ ਦੇ ਜਾਂ ਕੌਂਸਲਰ ਦੇ ਗਲ ਪੈਣਗੇ ਤਾਂ ਕੋਈ ਵੀ ਇੱਦਾਂ ਕੰਮ ਕਰਨ ਲਈ ਅੱਗੇ ਨਹੀਂ ਆਊਗਾ। ਸੋ ਮੈਂ ਤੁਹਾਡੇ ਰਾਹੀਂ ਮੀਡੀਆ ਨੂੰ ਵੀ ਔਰ ਸ਼ਹਿਰ ਵਾਸੀਆਂ ਨੂੰ ਵੀ ਮਦਦ ਦੀ ਗੁਹਾਰ ਦਿੰਦਾ ਕਿ ਜੇ ਤੁਹਾਨੂੰ ਲੱਗਦਾ ਕਿ ਜੋ ਕੱਲ੍ਹ ਕੌਂਸਲਰਸ ਨੇ ਕੀਤਾ ਉਹ ਕੰਮ ਚੰਗਾ ਸੀ, ਸ਼ਲਾਘਾਯੋਗ ਸੀ, ਸਫਾਈ ਕੀਤੀ ਹੈ, ਔਰ ਜੇ ਤੁਹਾਨੂੰ ਲੱਗਦਾ ਕਿ ਇਹ ਅਕਾਲੀ ਦਲ ਦੇ ਜਿਹੜੇ ਮੱਖਣ ਬਰਾੜ ਜੀ ਔਰ ਉਹਨਾਂ ਦੇ ਕੌਂਸਲਰਸ ਇਸ ਸਫਾਈ ਸੇਵਕਾਂ ਨੂੰ ਨਜਾਇਜ਼ ਸ਼ਹਿ ਦੇ ਕੇ ਤੇ ਮੁੜ ਕੇ ਸ਼ਹਿਰ ਦੇ ਵਿੱਚ ਗੰਦ ਪਵਾ ਕੇ ਆ ਕਰੋਨਾ, ਉਸ ਤੋਂ ਬਾਅਦ ਡੇਂਗੂ ਦੇ ਵਿੱਚ ਹੋ ਰਹੀਆਂ ਮੌਤਾਂ ਦੇ ਵਿੱਚ ਵਾਧਾ ਕਰ ਰਹੇ ਆ, ਸ਼ਹਿਰ 'ਚ ਗੰਦਗੀ ਫੈਲਾ ਰਹੇ, ਤਾਂ ਤੁਸੀਂ ਸਾਡਾ ਸਾਥ ਦਿਓ, ਇਹਨਾਂ ਦਾ ਵਿਰੋਧ ਕਰੋ ਡਟ ਕੇ ਤਾਂ ਕਿ ਇਹਨਾਂ ਨੂੰ ਭਜਾਈਏ ਔਰ ਸ਼ਹਿਰ ਨੂੰ ਸਾਫ਼ ਸੁਥਰਾ ਤੇ ਬਿਮਾਰੀਆਂ ਤੋਂ ਮੁਕਤ ਰੱਖੀਏ। ਜਿਹੜੀ ਐਮਐਲਏ ਸਾਹਿਬ ਪਾਰਸ਼ਦ ਨਾਲ ਕੁੱਟਮਾਰ ਹੋਈ ਹੈ, ਉਸ ਮਸਲੇ 'ਚ ਆਪਾਂ ਤੁਹਾਡੇ ਵੱਲੋਂ ਕੀ ਕਾਰਵਾਈ ਹੋਈ? ਦੇਖੋ, ਕਾਰਵਾਈ ਤਾਂ ਉਹਦੇ 'ਚ ਪੁਲਿਸ ਨੇ ਕਰਨੀ ਹੈ। ਡਾਕਟਰਸ ਨੇ ਉਹਨੂੰ ਦੇਖ ਲਿਆ, ਉਹਦੇ ਸੱਟਾਂ ਜ਼ਿਆਦਾ ਆ ਔਰ ਉਹ ਡਾਕਟਰ ਸਾਹਿਬ ਉਹਨੂੰ ਪੇਸ਼ੈਂਟ ਨੂੰ ਡੀਐਮਸੀ ਸ਼ਿਫਟ ਕਰਨ ਲੱਗੇ ਹੈਗੇ। ਉਹਦੇ ਨਲਾਂ ਦੇ ਉੱਤੇ, ਉਹਦੇ ਬੈਕ ਦੇ ਉੱਤੇ, ਉਹਦੇ ਪੇਟ ਦੇ ਵਿੱਚ ਕਾਫੀ ਸੱਟਾਂ ਗੰਭੀਰ ਵੱਜੀਆਂ ਹੈਗੀਆਂ। ਆਲਰੇਡੀ ਉਹ ਹਾਰਟ ਦਾ ਮਰੀਜ਼ ਹੈ, ਸ਼ੂਗਰ ਦਾ ਮਰੀਜ਼ ਹੈ, ਮੈਡੀਸਨ ਉਹਦੀ ਚੱਲਦੀ ਹੈ। ਸੋ ਉਹਨਾਂ ਨੂੰ ਇਮੀਡੀਏਟਲੀ ਹੁਣ ਡੀਐਮਸੀ ਸ਼ਿਫਟ ਕਰਨ ਲੱਗੇ ਆ। ਜਿਹੜਾ ਉਹਨਾਂ ਦਾ ਸਕੈਨ ਹੋ ਗਿਆ, ਐਕਸਰੇ ਵਗੈਰਾ ਅਜੇ ਪੈਂਡਿੰਗ। ਠੀਕ ਹੈ ਸਰ, ਮਿਹਰਬਾਨੀ ਜੀ। ਚਲੋ ਮੇਰੇ ਸਹਿਯੋਗੀ ਔਰ ਇਸ ਚੈਨਲ ਦੇ ਜਿਹੜੇ ਹੈਗੇ ਆ BM3 ਨਿਊਜ਼ ਦੇ ਕੈਮਰਾ ਪਰਸਨ ਅਮਿਤ ਸਬਰਵਾਲ, ਉਹ ਅੱਜ ਉਚੇਚੇ ਤੌਰ ਤੇ ਮੋਗਾ ਵਿੱਚ ਸੀਗੇ। ਮੋਗਾ 'ਚ ਉਹਨਾਂ ਨੇ ਕੀ ਦੇਖਿਆ, ਇਹ ਤਸਵੀਰਾਂ ਸਾਰੀਆਂ ਤੁਹਾਡੇ ਸਾਹਮਣੇ ਹੈਗੀਆਂ ਔਰ ਇਸ ਤਸਵੀਰ ਦੇ ਨਾਲ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣ ਜਾ ਰਹੇ ਹੈਗੇ ਆ ਕਿ ਮੋਗਾ ਦੇ ਲੋਕ ਜਿਹੜੇ ਹੈਗੇ ਆ ਉਹ ਸਾਡੇ ਸਮਾਜ ਦੇ ਪ੍ਰਤੀ ਕਿਸ ਤਰ੍ਹਾਂ ਦਾ ਖਿਆਲ ਰੱਖਦੇ ਹੈਗੇ ਆ। ਮਤਲਬ ਕਿ ਉਹਨਾਂ ਦੇ ਦਿਮਾਗ ਦੇ ਅੰਦਰ ਅੱਜ ਵੀ ਛੂਆਛਾਤ, ਊਚ ਨੀਚ, ਜਾਤ ਪਾਤ, ਪਤਾ ਨਹੀਂ ਕੀ ਕੁਝ ਹੈਗਾ ਵਾ। ਇੱਕ ਪਾਸੇ ਕਿਹਾ ਜਾ ਰਿਹਾ ਕਿ ਦੇਸ਼ ਬਦਲ ਗਿਆ ਹੈਗਾ, ਦੂਜੇ ਪਾਸੇ ਕਿਹਾ ਜਾ ਰਿਹਾ ਕਿ ਪੰਜਾਬ ਹੁਣ ਲੀਹਾਂ ਤੇ ਚੱਲ ਪਿਆ ਹੈਗਾ ਵਾ। ਕਿਹੜੀ ਲੀਹਾਂ ਤੇ? ਵਿਕਾਸ ਦੀ ਲੀਹਾਂ ਤੇ। ਕਿਹੜੀ ਲੀਹਾਂ ਤੇ? ਰੋਜ਼ਗਾਰ ਦੇਣ ਦੀ ਲੀਹਾਂ ਤੇ। ਔਰ ਜਦੋਂ ਦੱਬੇ ਕੁਚਲੇ ਸਮਾਜ ਦੇ ਲੋਕਾਂ ਨੇ ਰੋਜ਼ਗਾਰ ਨੂੰ ਰੈਗੂਲੇਟ ਕਰਨ ਵਾਸਤੇ, ਪੱਕੇ ਕਰਨ ਵਾਸਤੇ, ਰੈਗੂਲਰ ਕਰਨ ਵਾਸਤੇ ਮੰਗ ਕੀਤੀ ਤੇ ਮਿਲਿਆ ਕਿ ਲਾਠੀ ਦੇ ਨਾਲ ਨਾਲ ਇੱਕ ਹੋਰ ਦਰਦਨਾਕ ਚੀਜ਼ ਮਿਲੀ ਹੈਗੀ ਹੈ
ਇਹ ਤੁਹਾਨੂੰ ਮੈਂ ਸੁਣਾਉਣਾ, ਜਿਹੜੇ ਅਮਿਤ ਉੱਥੋਂ ਰਿਕਾਰਡ ਕਰਕੇ ਲੈ ਕੇ ਆਏ ਆ। ਇਸ ਬੰਦੇ ਦੀ ਭਾਸ਼ਾ ਸੁਣੋ ਜਰਾ, ਕੀ ਕਹਿ ਰਿਹਾ। 10-12 ਦਿਨ ਤੋਂ ਚੱਲ ਰਹੀ ਹੜਤਾਲ ਕਾਰਨ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਗੰਦ ਪਿਆ ਰਿਹਾ ਸੀ, ਜਿਸ 'ਤੇ ਸਾਰੇ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਨੂੰ ਕਹਿਣ 'ਤੇ ਪਰ ਉਹਨਾਂ ਨੇ ਕੋਈ ਸਾਡੀ ਗੱਲ ਨਾ ਸੁਣਨ ਦੇ ਵਾਸਤੇ ਉੱਪਰੋਂ ਜਿਹੜਾ ਹੈਗਾ ਅੱਜ ਕੱਲ੍ਹ ਜਿਵੇਂ ਗੁਰੂ ਨਾਨਕ ਵਰਤੇ ਆ ਰਿਹਾ ਹੈ, ਅਤੇ ਜਿਹੜਾ ਇਹ ਸੂਬਾ ਪਿਆ ਹੈ ਕੂੜੇ ਦੇ ਨਾਲ ਇੰਨਾ ਤੋਂ ਮੱਛਰ ਫੈਲਦਾ ਹੈਗਾ ਕਿ ਇੱਥੇ ਬਿਮਾਰੀ ਡੇਂਗੂ ਦਾ ਇਸ ਨੂੰ ਸਾਫ਼ ਕਰਨ ਲਈ ਉਹਨਾਂ ਨੂੰ ਕਿਹਾ ਗਿਆ, ਪਰ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ। ਅਤੇ ਅਸੀਂ ਸਾਰੇ MLA ਸਾਹਿਬ ਨੂੰ ਜਾ ਕੇ ਮੇਅਰ ਸਾਹਿਬ ਨੂੰ ਜਾ ਕੇ ਸਾਰੇ MCਆਂ ਨੇ ਰਲ ਕੇ ਆਪਣੇ ਨਾਲ ਕੁਛ ਬੰਦੇ ਲੈ ਕੇ ਇਹਨੂੰ ਕੁੜੀ ਨੂੰ 10-12 ਦਿਨ ਜਿਹੜੇ ਸਾਰੇ ਚਲਾਉਣ ਨੂੰ ਬਾਅਦ ਆਪਣਾ ਚੁੱਕਾਇਆ, ਪਰ ਉਹਨਾਂ ਦੇ ਨਾਲ ਕੁਛ ਸਾਡੇ ਆਪੋਜੀਸ਼ਨ ਦੇ ਜਿਹੜੇ MC ਹੈਗੇ ਆ ਅਕਾਲੀ ਪਾਰਟੀ ਦੇ, ਉਹ ਉਹਨਾਂ ਨੂੰ ਬਹੁਤ ਮਤਲਬ ਕਿ ਗੁੱਸਾ ਆ ਰਿਹਾ ਵੀ ਇਹ ਕਿਉਂ ਚੱਕੇ ਜਾ ਰਹੇ ਆ। ਉਹ ਉਹਨਾਂ ਦੇ ਨਾਲ ਰਲ ਕੇ ਮੁਰਦਾਬਾਦ ਦੇ MLA ਮੁਰਦਾਬਾਦ, ਮੁਰਦਾਬਾਦ, MC ਮੁਰਦਾਬਾਦ, ਮੇਅਰ ਮੁਰਦਾਬਾਦ ਦੇ ਨਾਅਰੇ ਲਾ ਰਹੇ ਹਨ। ਇਹ ਬਹੁਤ ਮਾੜੀ ਗੱਲ ਹੈ, ਜਦੋਂ ਕਿ ਉਹਨਾਂ ਨੂੰ ਚਾਹੀਦਾ ਹੈ ਸ਼ਹਿਰ ਦੇ ਨਾਲ ਕਰਨ, ਸ਼ਹਿਰ ਦੇ ਵਿੱਚ ਜੋ ਬਿਮਾਰੀ ਫੈਲ ਰਹੀ ਹੈ ਉਹ ਉਹਨਾਂ ਨਾਲ ਮਿਲ ਕੇ ਮੋਗਾ ਸ਼ਹਿਰ ਦੇ ਵਿੱਚ ਲੱਗੇ ਹੋਏ ਜਗ੍ਹਾ ਜਗ੍ਹਾ ਡੰਪ ਨੂੰ ਚੁਕਵਾਉਂਦੇ ਹੋਏ ਹੁਣ ਅਸੀਂ ਕੈਂਪ ਮਾਰਕੀਟ ਦੇ ਵਿੱਚ ਪਹੁੰਚੇ ਹਾਂ, ਉੱਥੇ ਦਾ ਡੰਪ ਚੁਕਵਾ ਰਹੇ ਹਾਂ। ਮੈਨੂੰ ਬੜੀ ਹੈਰਾਨੀ ਹੋ ਰਹੀ ਹੈ ਕਿ ਅਸੀਂ ਸਾਰੇ ਕਾਂਗਰਸੀ ਆਗੂ ਜਿਹੜੇ ਵੀ ਹੈਗੇ ਆ, ਅਸੀਂ ਆਪਣੇ ਮੋਗਾ ਸ਼ਹਿਰ ਨੂੰ, ਆਪਣਾ ਮੋਗਾ ਸਾਫ਼ ਬਣਾਉਣ ਦੇ ਚੱਕਰ ਦੇ ਵਿੱਚ ਅਸੀਂ ਉਹ ਜਗ੍ਹਾ ਜਗ੍ਹਾ ਡੰਪ ਚੁਕਵਾ ਰਹੇ, ਪਰ ਕੁਝ ਆਪੋਜ਼ਿਟ ਪਾਰਟੀ ਦੀਆਂ ਜਿਹੜੀਆਂ ਵੀ ਹੈਗੀਆਂ ਕੌਂਸਲਰ ਹੈ, ਉਹ ਸਾਡਾ ਸਾਥ ਦੇਣ ਦੀ ਬਜਾਏ ਦੂਸਰੀ ਪਾਰਟੀਆਂ ਨੂੰ ਸਮਝਾਉਣ ਦੀ ਬਜਾਏ ਉਹਨਾਂ ਦੇ ਨਾਲ ਰਲੇ ਹੋਏ ਆ। ਮੈਨੂੰ ਬੜੀ ਹੈਰਾਨੀ ਹੋ ਰਹੀ ਹੈ। ਆਪਾਂ ਸਾਰਿਆਂ ਨੂੰ ਇੱਕ ਦੂਜੇ ਦੇ ਸਹਿਯੋਗ ਦੀ ਲੋੜ ਹੈ, ਤਾਂ ਮੈਂ ਉਹਨਾਂ ਨੂੰ ਇਹੀ ਕਹੂੰਗੀ ਕਿ ਤੁਸੀਂ ਵੀ ਸਾਡਾ ਸਾਥ ਦਿਓ ਆਪਣੇ ਮੋਗਾ ਸ਼ਹਿਰ ਨੂੰ ਸੋਹਣਾ ਬਣਾਉਣ ਦੇ ਵਿੱਚ। ਧੰਨਵਾਦ। ਦੋਸਤੋ, ਤੁਸੀਂ ਸੁਣ ਲਿਆ ਸਾਥੀਓ ਕਿ ਸਾਡੇ ਪ੍ਰਤੀ, ਸਾਡੇ ਸਮਾਜ ਪ੍ਰਤੀ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਆ ਇਹ ਭੇਦਭਾਵ ਨਹੀਂ ਮੈਂ ਕਹਿ ਸਕਦਾ, ਇਹ ਇੱਕ ਦਿਮਾਗ ਦੇ ਅੰਦਰ ਜਿਹੜਾ ਹੈ ਉਹ ਇੱਕ ਐਸਾ ਕੀੜਾ ਹੈ ਜਿਹੜਾ ਕੱਢਿਆ ਜਾਣਾ ਚਾਹੀਦਾ ਹੈਗਾ ਵਾ। ਖਾਸ ਤੌਰ ਤੇ ਪੰਜਾਬ ਦੀ ਸਰਕਾਰ ਨੂੰ CM ਚਰਨਜੀਤ ਸਿੰਘ ਚੰਨੀ ਉਹਨਾਂ ਨੇ ਦਲਿਤ ਲਫ਼ਜ਼ ਬੰਦ ਕਰਵਾ ਕੇ ਔਰ ਆਰਡਰ ਕੀਤਾ ਸੀਗਾ ਕਿ ਅਨੁਸੂਚਿਤ ਜਾਤੀ ਲਿਖਿਆ ਜਾਵੇ। ਕਈ ਸਾਰੇ ਹੋਰ ਆਰਡਰਸ ਜਿਹੜੇ ਹੈਗੇ ਆ CM ਸਾਹਿਬ ਵੱਲੋਂ ਹੋਏ ਆ, ਪਰ ਇੰਪਲੀਮੈਂਟੇਸ਼ਨ ਨਜ਼ਰ ਨਹੀਂ ਆ ਰਹੀ ਹੈਗੀ, ਕੁਝ ਵੀ ਬਦਲਿਆ ਨਜ਼ਰ ਨਹੀਂ ਆ ਰਿਹਾ। ਖਾਸ ਤੌਰ ਤੇ ਇਸ ਕਰਕੇ ਕਿਉਂਕਿ ਮੋਗਾ ਦੇ ਵਿੱਚ ਦੱਬੇ ਕੁਚਲੇ ਸਮਾਜ ਤੇ ਲਾਠੀ ਦੀ ਵਰਤੋਂ ਕੀਤੀ ਗਈ ਹੈ। ਚੰਦਨ ਗਰੇਵਾਲ ਜਿਹੜੇ ਕਿ ਮੋਗਾ ਵਿੱਚ ਸੀਗੇ ਅੱਜ ਸਵੇਰ ਤੋਂ, ਉਹਨਾਂ ਦਾ ਤਜਰਬਾ ਮੋਗਾ ਵਾਸਤੇ ਕੀ ਰਿਹਾ ਇਹ ਤੁਹਾਨੂੰ ਸੁਣਵਾਉਂਦੇ ਆ, ਔਰ ਇਹਦੇ ਨਾਲ ਨਾਲ ਇੱਕ ਜਾਣਕਾਰੀ ਵੀ ਤੁਹਾਨੂੰ ਦਿੰਦੇ ਆ ਕਿ ਚੰਦਨ ਗਰੇਵਾਲ ਕਹਿੰਦੇ ਕਿ ਕੱਲ ਸਵੇਰੇ 11 ਵਜੇ CM ਚਰਨਜੀਤ ਸਿੰਘ ਚੰਨੀ ਦਾ ਪੁਤਲਾ ਉਹ ਜਲੰਧਰ ਦੇ ਵਿੱਚ ਵਿਰੋਧ ਵਜੋਂ ਸਾੜਨਗੇ, ਕਿਉਂਕਿ ਸਾਡੇ ਸਮਾਜ ਦੇ ਉੱਤੇ CM ਚੰਨੀ ਦੀ ਪੁਲਿਸ ਵੱਲੋਂ ਲਾਠੀ ਬਰਸਾਈ ਗਈ ਹੈ। ਉਹਨਾਂ ਨੇ, ਗਰੇਵਾਲ ਸਾਹਿਬ ਨੇ ਹੋਰ ਵੀ ਕਿਹਾ ਹੈ ਕਿ ਅਸੀਂ ਸੰਘਰਸ਼ ਨੂੰ ਕੱਲ ਸਵੇਰ ਤੋਂ ਹੋਰ ਤੇਜ਼ ਕਰਾਂਗੇ ਔਰ ਤਦ ਤੱਕ ਤੇਜ਼ ਕਰਾਂਗੇ ਜਦ ਤੱਕ ਜ਼ਿੰਮੇਦਾਰ ਬੰਦਿਆਂ ਤੇ ਸਰਕਾਰ ਕਾਰਵਾਈ ਨਹੀਂ ਕਰਦੀ ਹੈ। ਸੁਣੋ ਚੰਦਨ ਗਰੇਵਾਲ ਸਾਹਿਬ ਨਾਲ ਹੋਈ ਗੱਲਬਾਤ। ਕੀ ਦੇਖਿਆ ਤੁਸੀਂ, ਕਿਉਂ ਉੱਥੇ ਟੈਂਸ ਕਿਉਂ ਹੈ ਮੋਗਾ ਅੰਦਰ? ਦੇਖੋ ਗੱਲ ਕੀ ਹੈ, ਟੈਂਸ ਨਹੀਂ ਹੈ। 36,000 ਮੁਸਲਿਮ ਪੱਕੇ ਕਰਨ ਦੀ ਗੱਲ ਮਾਨਯੋਗ ਚੰਨੀ ਸਾਹਿਬ ਕਰਦੇ ਆ। ਹਾਂਜੀ, ਜੇ 36,000 ਬੰਦਾ ਪੱਕਾ ਹੋਇਆ ਤਾਂ ਫਿਰ ਇਹ ਕੌਣ ਲੋਕ ਨੇ ਜਿਹੜੇ ਲਗਾਤਾਰ ਹੜਤਾਲਾਂ ਕਰ ਰਹੇ ਆ, ਜਿਹੜੇ ਲਗਾਤਾਰ ਤਨਖਾਹ ਦੇ ਖੜੇ ਹੋਏ ਆ, ਲਗਾਤਾਰ ਪ੍ਰੋਟੈਸਟ ਕਰ ਰਹੇ ਆ, ਉਹ ਕਿਉਂ ਨਹੀਂ ਸੈਟੀਸਫਾਈ ਹੋ ਪਾ ਰਹੇ? ਤਾਂ ਕਿਉਂ ਨਹੀਂ ਸੈਟੀਸਫਾਈ ਸਰਕਾਰ ਕਰਵਾ ਪਾ ਰਹੀ ਉਹਨਾਂ ਨੂੰ? ਜੀ ਠੀਕ ਹੈ ਨਾ। ਤਾਂ ਇਹ ਸਿਰਫ ਔਰ ਸਿਰਫ ਇੱਕ ਲਿਫਾਫੇਬਾਜ਼ੀ ਹੈ, ਇਹ ਜੁਮਲਾ ਦਿੱਤਾ ਗਿਆ 36,000 ਬੰਦੇ ਪੱਕੇ ਹੋਏ। ਗਰੇਵਾਲ ਸਾਹਿਬ ਮੈਂ ਇਸ ਜੁਮਲੇ ਦੇ ਉੱਤੇ ਜਾਂ ਇਸ ਸਿਆਸਤ ਤੇ ਮੈਂ ਬਾਅਦ ਵਿੱਚ ਆਵਾਂਗਾ, ਪਹਿਲੇ ਆਪਾਂ ਥੋੜਾ ਸਮਾਜ ਦੀ ਗੱਲ ਕਰ ਲਈਏ। ਸਵਾਲ ਉਹਦੇ ਨਾਲ ਹੀ ਮੈਂ ਗੱਲ ਤੁਹਾਨੂੰ ਦੱਸਣ ਲੱਗਾ, ਉਹਦੇ ਨਾਲ ਹੀ ਜੁੜੀਆਂ ਹੋਈਆਂ ਸਾਰੀਆਂ ਚੀਜ਼ਾਂ ਹੈ। ਦੇਖੋ ਸਿਆਸਤ ਨਹੀਂ, ਮੇਰੇ ਲਈ ਇਹ ਸਿਆਸਤ ਨਹੀਂ ਹੈ ਜੀ, ਕਿਉਂਕਿ ਮੈਂ ਤਾਂ ਬਹੁਤ ਲੰਬੇ ਸਮੇਂ ਤੋਂ ਮੇਰੇ ਤੋਂ ਜ਼ਿਆਦਾ ਕੀਤਾ ਕਿ ਨਹੀਂ ਲੜੇ ਕੌਣ ਹੈ?
ਅਸੀਂ ਤਾਂ 10 ਸਾਲ ਤੇ ਪਿਛਲੀ ਸਰਕਾਰ ਵੀ ਰਹੀ ਤਾਂ ਉੱਚ ਵੀ ਲੜਦੇ ਰਹੇ ਆ ਪੰਜਾਬ ਜੀ ਇਹਨਾਂ ਤੋਂ ਕਹਿਣ ਦਾ ਮੇਰੇ ਮਕਸਦ ਆ ਇਹਨੂੰ ਹੱਲ ਵੱਲ ਲੈ ਕੇ ਜਾਣਾ ਚਾਹੀਦਾ। ਜਿਹੜੇ ਮੁਲਾਜ਼ਮ ਲੱਗੇ ਹੋਏ ਆ ਜੀ ਨਗਰ ਕੌਂਸਲਾਂ ਦੇ ਵਿੱਚ, ਕਾਰਪੋਰੇਸ਼ਨਾਂ ਦੇ ਵਿੱਚ, ਕਮੇਟੀਆਂ ਦੇ ਵਿੱਚ ਜਿਹੜੇ ਬੰਦੇ ਲੱਗੇ ਹੋਏ ਆ ਉਹਨਾਂ ਬੰਦਿਆਂ ਨੂੰ ਕਿਹਨੇ ਕਰਨਾ ਸੀ? ਉਹ ਆਪਣੀ ਲੜਾਈ ਲੜ ਰਹੇ ਆ, ਆਪਣੇ ਹੱਕਾਂ ਨੂੰ ਲੈ ਕੇ ਮੰਗਾਂ ਲੈ ਕੇ ਬੈਠੇ ਆ। ਜੀ ਠੀਕ ਹੈ ਨਾ ਜੀ ਇਹ ਇਹਨਾਂ ਤੇ ਤਸ਼ੱਦਦ ਜਿਹੜਾ ਲਾਠੀ ਚਾਰਜ ਕਰਨਾ ਕਿੰਨੀ ਕੁ ਵਾਜਬ ਗੱਲ ਹੈ। ਮੈਂ ਇਸੇ ਜਗ੍ਹਾ ਤੇ ਤੁਹਾਨੂੰ ਲੈ ਕੇ ਆਉਣ ਲੱਗਾ ਸੀਗਾ ਕਿ ਕੌਂਸਟੀਟਿਊਸ਼ਨਲ ਸਾਨੂੰ ਆਪਣਾ ਕੋਈ ਵੀ ਜਿਹੜਾ ਹੈਗਾ ਵਿਰੋਧ ਪ੍ਰਦਰਸ਼ਨ ਕਰਨ ਦਾ ਸਾਨੂੰ ਸਾਡੇ ਸੰਵਿਧਾਨ ਨੇ ਹੱਕ ਦਿੱਤਾ ਹੋਇਆ ਹੈਗਾ। ਬਿਲਕੁਲ ਦਿੱਤਾ ਜੀ। ਤੇ ਇਹ ਸਰਕਾਰ ਜਿਹੜੀ ਅੱਜ ਦੀ ਸਰਕਾਰ ਪੰਜਾਬ ਦੀ ਹੈਗੀ ਆ, ਇਸ ਕੰਨੀ ਨੇ ਜਦੋਂ ਔਥ ਲਈ ਸੀ ਤੇ ਉਹਨਾਂ ਨੇ ਕਿਹਾ ਅੱਜ ਪੰਜਾਬ ਦੇ ਅੰਦਰ ਇੱਕ ਆਮ ਬੰਦੇ ਦੀ ਸਰਕਾਰ ਬਣੀ ਹੈਗੀ ਆ ਔਰ ਨਾਲ ਉਹਨਾਂ ਨੇ ਆਪਣੇ ਆਪ ਨੂੰ ਦੱਸਿਆ ਕਿ ਮੈਂ ਇੱਕ ਦਲਿਤ ਹੈਗਾ ਵਾਂ। ਬਿਲਕੁਲ ਇੱਕ ਦਲਿਤ ਦੀ ਸਰਕਾਰ ਦੇ ਵਿੱਚ ਦਲਿਤ ਤੇ ਅਤਿਆਚਾਰ ਜਿਹੜਾ ਹੈ, ਲਾਠੀ ਕਿਸੇ ਤੇ ਮਾਰਨੀ ਇੱਕ ਅਤਿਆਚਾਰ ਹੈ, ਇੱਕ ਤਸ਼ੱਦਦ ਹੈ। ਹਾਂਜੀ ਇਸ ਤਸ਼ੱਦਦ ਨੂੰ ਜੀ ਕਿਸ ਤਰੀਕੇ ਨਾਲ ਰੋਕਿਆ ਜਾਣਾ ਚਾਹੀਦਾ? ਨੰਬਰ 1। ਨੰਬਰ 2 ਦੇ ਉੱਤੇ ਜਿਹੜਾ ਬੰਦਾ ਆਪਣੀ ਮੰਗ ਨੂੰ ਲੈ ਕੇ ਇੱਕ ਵਿਰੋਧ ਕਰਦਾ ਹੈਗਾ ਵਾ, ਕੀ ਉਹਨੂੰ ਲਾਠੀ ਦੀ ਆਵਾਜ਼ ਨਾਲ ਚੁੱਪ ਕਰਵਾਇਆ ਜਾ ਸਕਦਾ? ਬਿਲਕੁਲ ਨਹੀਂ ਜੀ। ਤੁਹਾਡੇ ਸਵਾਲ ਖਤਮ ਹੋ ਗਏ ਜੀ। ਹਾਂ, ਪਹਿਲੀ ਤਾਂ ਗੱਲ ਇਹ ਹੈ ਕਿ ਇਹ ਦੁਖਾਂਤ ਤਾਂ ਬੜਾ ਵੱਡਾ ਹੈ ਵੀ ਦੇਸ਼ ਦਾ ਰਾਸ਼ਟਰਪਤੀ ਜਿਹੜਾ ਜੀ ਉਹ ਦਲਿਤ ਹੈ। ਬਿਲਕੁਲ ਹੈ ਸਾਡੀ ਸਟੇਟ ਦਾ ਸੀਐਮ ਜਿਹੜਾ ਉਹ ਵੀ ਦਲਿਤ ਹੈ ਜੀ। ਠੀਕ ਹੈ ਨਾ। ਤਾਂ ਇਸ ਤੋਂ ਵੱਡਾ ਹੋਰ ਦੁਖਾਂਤ ਕੀ ਹੋ ਸਕਦਾ ਜਿਹੜਾ ਆਪਣੇ ਆਪ ਨੂੰ ਸਭ ਤੋਂ ਵੱਧ ਗਰੀਬ ਦੱਸਦਾ, ਜਿਹੜਾ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਕਹਿੰਦਾ ਵੀ ਮੈਂ ਆਮ ਆਦਮੀ ਆ। ਹੁਣ ਜੇ ਫਰਕ ਸਮਝਣ ਦੀ ਗੱਲ ਕਰੋ ਜੀ, ਜਿਹਨਾਂ ਤੇ ਤੁਸੀਂ ਲਾਠੀ ਚਲਾਈ ਉਹ ਫੈਕਟਰੀਆਂ ਵਾਲੇ ਸੀਗੇ, ਬਿਲਕੁਲ ਕਿੱਡੇ ਗਰੀਬ ਬੰਦੇ ਸੀ ਜਿਹਨਾਂ ਤੇ ਉਹਨਾਂ ਨੇ ਲਾਠੀ ਚਲਾਈ ਆ। ਔਰ ਕੌਣ ਆ ਇਹਨਾਂ ਦੀ ਮੈਂ ਪੁਲਿਸਿੰਗ ਨੂੰ ਵੀ ਇਹ ਪੁੱਛਣਾ ਚਾਹੁੰਦਾ, ਮੰਨ ਲਓ ਡੀਜੀਪੀ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਇੱਕ ਮੌਕੇ ਤੋਂ ਜੀ ਤੇ ਕੀ ਇਹ ਸੰਵਿਧਾਨ ਦੇ ਵਿੱਚ ਆਉਂਦੀ ਆ ਕਿ ਇੱਕ ਔਰਤ ਨੂੰ ਦਾਗ ਦੇ ਨਾਲ ਇੱਕ ਪੁਲਿਸ ਮੁਲਾਜ਼ਮ ਕੁੱਟ ਰਿਹਾ ਹੋਵੇ? ਇਹੀ ਸਵਾਲ ਤੇ ਇਹੀ ਚੰਦਨਲਾਲ ਗਰੇਵਾਲ ਸਾਹਿਬ ਮੈਂ ਤੁਹਾਨੂੰ ਇਹੀ ਸਵਾਲ ਕੀਤਾ ਸੀਗਾ ਕਿ ਹਾਂਜੀ ਗਰੇਵਾਲ ਸਾਹਿਬ ਕੱਟ ਗਿਆ ਸੀ ਫੋਨ। ਹਾਂਜੀ ਜੀ ਜੀ, ਮੇਰਾ ਸਵਾਲ ਫਿਰ ਉਹੀ ਹੈਗਾ ਵਾ ਕਿ ਪੰਜਾਬ ਦੀ ਪੁਲਿਸ ਜਿਹੜੀ ਹੈਗੀ ਹੈ ਅੱਜ ਉਹ ਪੰਜਾਬ ਦੀ ਪੁਲਿਸ ਹੈ ਜਾਂ ਉਹ ਕਾਂਗਰਸ ਦੀ ਇੱਕ ਪੁਲਿਸ ਬਣ ਕੇ ਰਹਿ ਗਈ ਹੈਗੀ ਹੈ ਕਿ ਕੋਈ ਬੰਦਾ ਪ੍ਰਦਰਸ਼ਨ ਕਰ ਰਿਹਾ ਉਹ ਕੋਈ ਕਿਸੇ ਦੇ ਹਿਊਮਨ ਰਾਈਟਸ ਨੂੰ ਦੇਖ ਰਹੀ ਔਰ ਜਿਸ ਤਰ੍ਹਾਂ ਵੀ ਦੱਸਦੇ, ਜਿਸ ਤਰ੍ਹਾਂ ਵੀ ਬਿਆਨ ਕਰ ਰਹੇ ਹੋ ਕਿ ਇੱਕ ਲੇਡੀ ਦੇ ਉੱਤੇ ਇੱਕ ਜੈਂਟ ਨੇ ਜਿਹੜਾ ਹੈ ਉਹ ਲਾਠੀ ਚਲਾਈ ਹੈ ਜੀ। ਔਰ ਇਹ ਮੈਂ ਉਹੀ ਤਾਂ ਕਿਹਾ ਅੱਜ ਕਾਂਗਰਸ ਦੀ ਹੱਥ ਟੋਪੀ ਬਣੀ ਹੋਈ ਹੈ ਕਿਉਂਕਿ ਇਹਨਾਂ ਦੇ ਰੈਂਬੋ ਕਰਮ ਤੇ ਤਾਂ ਪੁਲਿਸ ਤੇ ਲੱਗੇ ਆ, ਉਹ ਪੁਆਇੰਟ ਹੋਏ ਆ। ਠੀਕ ਹੈ ਨਾ। ਤਾਂ ਪੁਲਿਸ ਨੂੰ ਆਮ ਮੁਲਾਜ਼ਮ ਨੂੰ ਇੱਕ ਆਮ ਨਾਗਰਿਕ ਨੂੰ ਇਹਨਾਂ ਨੇ ਇਨਸਾਫ ਤਾਂ ਕੀ ਦੇਣਾ? ਉਹਨਾਂ ਤੋਂ ਉਹਨਾਂ ਦੇ ਨਾਲ ਲਾਠੀਆਂ ਚਲਾਈਆਂ ਗਈਆਂ ਔਰ ਉਸ ਤੋਂ ਜ਼ਿਆਦਾ ਦੁੱਖ ਤੇ ਉਹਨਾਂ ਦੇ ਖਿਲਾਫ ਵੀ ਪਰਚਾ ਦਰਜ ਕਰਨ ਲਈ ਕਹਿ ਰਹੇ ਨੇ। ਠੀਕ ਹੈ ਨਾ ਜੀ। ਤੇ ਤੁਸੀਂ ਔਰ ਤੁਹਾਡਾ ਸੰਗਠਨ ਜਿਹੜਾ ਤੁਸੀਂ ਤੁਹਾਡਾ ਜਿਹੜਾ ਇਤਿਹਾਸ ਰਿਹਾ ਹੈਗਾ ਵਾ ਆਪਣੇ ਸਮਾਜ ਵਾਸਤੇ ਲੜਨ ਦਾ, ਇਸ ਜਿਹੜੀ ਮੋਗੇ ਦੀ ਕੰਡੀਸ਼ਨ ਅੱਜ ਦੀ ਹੈਗੀ ਆ, ਇਸ ਚੀਜ਼ ਨੂੰ ਕਾਨੂੰਨੀ ਜਾਮਾ ਪਹਿਨਾਉਣ ਵਾਸਤੇ ਤੁਸੀਂ ਕੁਝ ਕਰੋਗੇ? ਨਾ ਦੇਖੋ ਗੱਲ ਇਹ ਹੈ ਵੀ ਅਸੀਂ ਤਾਂ ਸੰਘਰਸ਼ ਦੇ ਵਿੱਚ ਯਕੀਨ ਰੱਖਦੇ ਹਾਂ। ਕਾਨੂੰਨ ਆਪ ਦੀ ਥਾਂ ਹੈ। ਜੇ ਕਾਨੂੰਨ ਨੂੰ ਮੰਨਦੇ ਤਾਂ ਮੰਨਦਾ ਕੌਣ ਹੈ? ਜੇ ਕਾਨੂੰਨ ਨੂੰ ਮੰਨਿਆ ਹੁੰਦਾ ਤਾਂ ਇਹਨਾਂ ਤੇ ਲਾਠੀਆਂ ਚੱਲਦੀਆਂ ਲਗਾਤਾਰ। ਤਾਂ ਵਿੱਚ ਮੇਰੇ ਤੋਂ ਪਹਿਲਾਂ ਵੀ ਬਹੁਤ ਸਾਰੇ ਲੀਡਰ ਸਾਹਿਬਾਨ ਹੋਏ ਆ, ਉਹਨਾਂ ਨੇ ਵੀ ਆਪਣੇ ਸਮੇਂ ਤੇ ਬੜਾ ਖੂਬੀ ਸੰਘਰਸ਼ ਲੜਿਆ। ਜਿਹਦੇ ਜਿੱਥੇ ਜਿੰਨੀ ਲੜਾਈ ਆਈ ਸਭ ਨੇ ਆਪਣਾ ਯੋਗਦਾਨ ਪਾਇਆ ਔਰ ਲਗਾਤਾਰ ਮੈਨੂੰ 23 ਸਾਲ ਹੋਣ ਲੱਗੇ ਆ। ਇਹ ਸੰਘਰਸ਼ ਖਤਮ ਹੋਣ ਤੇ ਨਹੀਂ ਆਉਂਦਾ। ਜਿਹੜੀ ਸਰਕਾਰ ਆਉਂਦੀ ਉਹੀ ਐਕਸਪਲੋਇਟ ਕਰ ਦਿੰਦੀ ਹੈ, ਜਿਹੜੀ ਸਰਕਾਰ ਆਉਂਦੀ ਉਹੀ ਐਕਸਪਲੋਇਟ ਕਰ ਦਿੰਦੀ ਹੈ। ਔਰ ਅੱਜ ਤੱਕ ਹੁਣ ਮੈਂ ਇੱਥੇ ਗੱਲ ਇੱਕ ਵਿਸ਼ੇਸ਼ ਕਰਨ ਲੱਗਾ 2002 ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜੀ। ਇੱਕ ਉਹਨਾਂ ਜ਼ਿਲ੍ਹਿਆਂ ਚ ਅਸੀਂ ਸੰਘਰਸ਼ ਸ਼ੁਰੂ ਕੀਤਾ ਸੀ ਮੁਹੱਲਾ ਸੈਨੀਟੇਸ਼ਨ ਕਮੇਟੀਆਂ ਨੂੰ ਲੈ ਕੇ ਜਿਹੜੇ ਮੁਲਾਜ਼ਮ ਲੱਗੇ ਹੋਏ ਸੀ। ਯੈਸ 800 ਰੁਪਏ ਤੇ ਸਾਡੀਆਂ ਮਾਵਾਂ ਭੈਣਾਂ ਤੋਂ ਉਜਰਤ ਕਰਵਾਈ ਜਾਂਦੀ ਸੀ। ਜੀ ਠੀਕ ਹੈ ਜੀ ਜੀ। ਤੇ ਉਸ ਤੋਂ ਬਾਅਦ 10 ਸਾਲ ਜੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਸਰਕਾਰ ਰਹੀ ਅਸੀਂ ਉਹਨਾਂ ਨਾਲ ਵੀ ਲੜਾਈ ਲੜੀ ਹੈ ਜੀ। ਔਰ ਅੱਜ ਵੀ ਲੜਾਈ ਜਿਹੜੀ ਹੈ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਸੀਗਾ, ਕੈਪਟਨ ਅਮਰਿੰਦਰ ਸਿੰਘ ਵੇਲੇ ਅਸੀਂ ਪਟਿਆਲੇ ਮਾਰਚ ਕੀਤਾ ਇੰਨਾ ਵੱਡਾ। ਹੁਣ ਤੁਸੀਂ ਦੇਖੋ ਵੀ ਇੰਨੇ ਨੇ ਵੱਡੇ ਸੰਘਰਸ਼ ਲੜੇ ਔਰ 10 ਸਾਲ ਜੇ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨਾਲ ਅਸੀਂ ਲੜਦੇ ਰਹੇ ਹਾਂ ਉਸ ਦਰਮਿਆਨ ਆਪਣੀਆਂ ਮੰਗਾਂ ਨੂੰ ਜਾਇਜ਼ ਮੰਗਾਂ ਨੂੰ ਲੈ ਕੇ। ਜੀ ਜੀ। ਠੀਕ ਹੈ ਨਾ। ਅੱਜ ਤੱਕ ਕਿਸੇ ਨੇ ਵੀ ਇਸ ਤਰ੍ਹਾਂ ਦੀ ਬਰਬਰਤਾ ਨਹੀਂ ਦਿਖਾਈ, ਕਿਸੇ ਨੇ ਵੀ ਕਿਸੇ ਤੇ ਡਾਂਗ ਸੁੱਟਾ ਨਹੀਂ ਚਲਾਇਆ।
ਬਾਅਦ ਇਹ ਦਲਿਤ ਆਪਣੇ ਆਪ ਨੂੰ ਸੀਐਮ ਕਹਿਣ ਵਾਲਾ ਚੰਨੀ ਸਾਹਿਬ, ਇਹਨਾਂ ਦੇ ਰਾਜ ਵਿੱਚ ਗੁੰਡਾਗਰਦੀ ਹੋ ਰਹੀ ਹੈ। ਜੀ ਠੀਕ ਹੈ ਨਾ जी, मैं यही तो समझना चाहता हूँ ग्रेवाल साहब कि अगे लोग ਆਪਾਂ ਚੁੱਪ ਨਹੀਂ ਬੈਠਾਂਗੇ जी ਕੱਲ ਨੂੰ 11 ਵਜੇ ਕੰਪਨੀ ਹਾਲ ਚੌਕ ਦੇ ਵਿੱਚ ਪੁਤਲਾ ਅਸੀਂ ਲੋਨ ਲੱਗੇ ਆ ਚੰਨੀ ਦਾ। ओके ਠੀਕ ਹੈ जी ਠੀਕ ਹੈ ਜੀ। ਕੱਲ ਉਸ ਤੋਂ ਬਾਅਦ ਉਹਨੂੰ ਪੰਜਾਬ ਪੱਧਰ ਤੇ ਜਿਹੜਾ ਸੰਘਰਸ਼ ਸੀ ਵਿੰਡਾਂਗੇ। ਔਰ ਦੂਜੀ ਗੱਲ, ਜੇ ਸਾਡੇ ਕਿਸੇ ਮੁਲਾਜ਼ਮ ਦੇ ਉੱਤੇ जी ਪਰਚੇ ਦਰਜ ਹੋਏ जी ਤਾਂ ਇਹ ਸੰਘਰਸ਼ ਤੇ ਰੁਕਣਾ ਨਹੀਂ ਹੈ। ਅਸੀਂ ਮੰਗ ਕਰਦੇ ਹਾਂ ਤੁਹਾਡੇ ਮਾਧਿਅਮ ਮਾਨਯੋਗ ਡੀਜੀਪੀ ਸਾਹਿਬ ਨੂੰ ਤੇ ਚੰਨੀ ਸਾਹਿਬ ਨੂੰ ਵੀ ਕਿ ਉਹਨਾਂ ਨੂੰ ਐਮਐਲਏ ਦੇ ਖਿਲਾਫ ਜਿਹੜਾ ਐਮਐਲਏ ਦਾ ਮੌਜੂਦਾ डॉक्टर कमल जो है ਹਾਂਜੀ डॉक्टर हरजोत कमल मोगे का एमएलए जो ਹਾਂਜੀ ਹਰਜੋਤ ਕਮਲ ਦੇ ਖਿਲਾਫ ਵੀ ਜੀ। ਪਰਚਾ ਦਰਜ ਹੋਣਾ ਚਾਹੀਦਾ। जी ਜਿਸ ਐਮਸੀ ਨੇ ਪ੍ਰਵੋਕ ਕਰਕੇ ਮੁਲਾਜ਼ਮਾਂ ਇਹ ਮਾਹੌਲ ਕ੍ਰੀਏਟ ਕੀਤਾ ਉਹਦੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ। जी ਕਮਿਸ਼ਨਰ ਜਿਹੜਾ ਨਗਰ ਨਿਗਮ ਮੋਗੇ ਦਾ ਹੈਗਾ जी ਉਹਦੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਵੀ ਜਦੋਂ ਇੱਕ ਮੁਲਾਜ਼ਮ ਹੜਤਾਲ ਤੇ ਬੈਠੇ ਆ, जी 7 ਦਿਨਾਂ ਤੋਂ ਹੜਤਾਲ ਤੇ ਉਹ ਬੈਠੇ ਆ, ਤੇ ਤੁਸੀਂ ਉਹਨਾਂ ਦੇ ਕੰਸੈਂਟ ਤੋਂ ਬਿਨਾਂ ਕਿੰਨਾ ਪ੍ਰਾਈਵੇਟ ਬੰਦੇ ਲਾ ਕੇ ਸਫਾਈ ਕਰਨੀ ਸ਼ੁਰੂ ਕਰ ਦਿੱਤੀ। बिल्कुल ठीक ग्रेवाल साहब बहुत बहुत शुक्रिया ਤੁਹਾਡਾ। ਹਾਲਾਂਕਿ ਤੁਸੀਂ ਅਕਾਲੀ ਦਲ ਦੇ ਕੈਂਡੀਡੇਟ ਵੀ ਹੈਗੇ ਹੋ ਜਲੰਧਰ ਸੈਂਟਰਲ ਕਨਸਟੀਟਿਊਂਸੀ ਤੋਂ, ਤੇ ਤੁਹਾਡੇ ਨਾਲ ਗੱਲਾਂ ਤੇ ਹੋਰ ਵੀ ਬਹੁਤ ਸਾਰੀਆਂ ਕਰਨੀਆਂ ਹੈਗੀਆਂ ਵਾ, ਪਰ ਅੱਜ ਦਾ ਮੇਰੇ ਕੈਂਡੀਡੇਟ ਹੋਣ ਤੋਂ ਪਹਿਲਾਂ ਸਮਾਜ ਦਾ ਨੁਮਾਇੰਦਾ, ਸਮਾਜ ਸੀਗਾ ਤਾਂ ਮੈਨੂੰ ਟਿਕਟ ਮਿਲੀ ਹੈ। ਜੀ 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 ਪਰ ਇਹਦੇ ਨਾਲ ਤਸ਼ੱਦਦ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਰਨ ਦੀ ਕੋਸ਼ਿਸ਼ ਕਰੂਗਾ, ਚੰਨਨ ਗਰੇਵਾਲ ਤੁਹਾਨੂੰ ਉੱਥੇ ਖੜਾ ਮਿਲੂਗਾ। ਥੈਂਕ ਯੂ ਸੋ ਮਚ। ਤੁਹਾਨੂੰ ਬੁਲਾ ਕੇ ਕੈਮਰਾ ਸਾਹਮਣੇ ਵੀ ਆਪਾਂ ਗੱਲਬਾਤ ਕਰਾਂਗੇ ਆਪਾਂ। ਥੈਂਕ ਯੂ ਜ਼ਰੂਰ ਡੈਫੀਨਿਟਲੀ ਥੈਂਕ ਯੂ। ਤੁਸੀਂ ਸਾਰੇ ਸਾਥੀਆਂ ਨੇ ਸੁਣ ਲਿਆ ਹੈ ਗਰੇਵਾਲ ਸਾਹਿਬ ਨੇ ਕੀ ਕਿਹਾ ਹੈ, ਔਰ ਮੈਂ ਸਾਰੇ ਸਾਥੀਆਂ ਨੂੰ BM3 ਨਿਊਜ਼ ਵੱਲੋਂ ਸਮਾਜ ਦੇ ਹਰ ਸਾਥੀ ਨੂੰ ਅਪੀਲ ਕਰਦਾ ਵਾਂ ਕਿ ਮੋਗਾ ਦੇ ਆਪਣੇ ਭੈਣ ਭਰਾਵਾਂ ਵਾਸਤੇ ਸਾਨੂੰ ਇਸ ਪੂਰੇ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਮੈਂ ਫਿਰ ਰਿਪੀਟ ਕਰਨ ਲੱਗਾ ਵਾਂ ਕਿ ਇਹ ਸ਼ੋਅ ਅਮਨ ਗਿੱਲ ਦਾ ਹੀ ਹੈ, ਪੰਜਾਬ ਦੀ ਗੱਲ ਕੀ ਹਲਚਲ। ਅੱਜ ਅਮਨ ਦਾ ਗਲਾ ਜਿਹੜਾ ਸੀ ਨਾਸਾਜ਼ ਸੀ, ਬੋਲਣ ਦੇ ਵਿੱਚ ਤਕਲੀਫ ਥੋੜੀ ਮਹਿਸੂਸ ਹੋਈ, ਔਰ ਇਸ ਕਰਕੇ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਵਜ੍ਹਾ ਇਹ ਸਿਰਫ ਇਹੀ ਵਜ੍ਹਾ ਬਣੀ ਹੈ। ਬਾਕੀ ਕੱਲ ਤੋਂ ਅਮਨ ਫਿਰ ਤੁਹਾਡੇ ਨਾਲ ਮੁਖਾਤਿਬ ਹੋਏਗਾ ਪੰਜਾਬ ਦੀ ਗੱਲ ਕੀ ਹਲਚਲ ਵਿੱਚ। ਔਰ ਇੱਕ ਖਾਸ ਚੀਜ਼ ਜਿਹੜੀ ਹੈ ਉਹ ਇਹ ਹੈ ਕਿ BM3 ਨਿਊਜ਼ ਜਿਹੜਾ ਹੈ ਇਹ ਦੱਬੇ ਕੁਚਲੇ ਸਮਾਜ ਦਾ ਇੱਕ ਪਲੇਟਫਾਰਮ ਹੈ। ਜੇ ਤੁਸੀਂ ਇਸ ਪ੍ਰੋਗਰਾਮ ਨਾਲ ਸਹਿਮਤ ਹੋ ਤਾਂ ਵੀ ਆਪਣੀ ਰਾਏ ਜਿਹੜੀ ਹੈ ਉਹ ਕਮੈਂਟ ਬਾਕਸ ਵਿੱਚ ਜਾ ਕੇ ਜ਼ਰੂਰ ਦਿਓ। ਜੇ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਖਾਮੀਆਂ ਨਜ਼ਰ ਆ ਰਹੀਆਂ ਵਾ ਦੈਨ ਵੀ ਤੁਹਾਡਾ ਸਵਾਗਤ ਹੈ। ਹਾਂ, ਤੁਹਾਡੀ ਜਿਹੜੀ ਸਲਾਹ ਹੈਗੀ ਆ ਉਹ ਹਮੇਸ਼ਾ ਸਾਡੇ ਸਿਰ ਮੱਥੇ ਤੇ ਰਹੇਗੀ। ਤੁਹਾਡੇ ਜਿਹੜੇ ਸੁਜੈਸ਼ਨਸ ਹੈਗੇ ਆ ਉਹਨਾਂ ਦਾ ਵੀ ਹਾਰਟਲੀ ਵੈਲਕਮ ਹੋਏਗਾ। ਤੋ ਅੱਜ ਵਾਸਤੇ ਸਿਰਫ ਇੰਨਾ ਹੀ। ਕੱਲ ਤੁਹਾਡਾ ਆਪ ਦਾ ਅਮਨ ਗਿੱਲ ਤੇ ਤੁਹਾਡੇ ਵਾਸਤੇ ਪੰਜਾਬ ਦੀ ਗੱਲ ਕੀ ਹਲਚਲ ਲੈ ਕੇ ਹਾਜ਼ਰ ਹੋਵੇਗਾ। ਮੈਨੂੰ ਦਿਓ ਇਜਾਜ਼ਤ। ਜੈ ਭੀਮ, ਜੈ ਭਾਰਤ, ਜੋਹਾਰ।